ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਹਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੇਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪ੍ਰਭ ਜੀ ਤੋ ਕਹਿ ਲਾਜ ਹਮਾਰੀ ਪ੍ਰਭ ਜੀ ਤੋ ਕਹਿ ਲਾਜ ਹਮਾਰੀ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਬਿਕਾਰ ਨਿਰਜੁਰ ਨਿੰਦਰਾ ਬਿਨ ਨਿਰਬਿਕ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੋ ਕਰਿਤ ਪਰਨਾਸਨਕਾਰੀ ਤਨੁਰ ਪਾਨ ਤ੍ਰਿਤ ਮਾਨ ਤਰਾ ਤਰ ਅਨ ਬਿਕਾਰ ਅਸ ਧਾਰੀ ਹੋ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਬਾਰੀ ਹੋ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਬਾਰੀ ਰਾਖ ਲਿਹੋ ਹਮ ਤੇ ਬਿਗਰੀ ਰਾਖ ਲਿਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨ ਕੀਨੀ ਹੋ ਅਭਮਾਨ ਟੇਢ ਪਗਰੀ ਮਰ ਜਾਨ ਸੰਚੀ ਇਹ ਕਾਇਆ ਏ ਮਿਥਿਆ ਕਾਚੀ ਗਗਰੀ ਜਿਨਹਿ ਨਿਵਾਜ ਸਾਜ ਹਮ ਕੀਏ ਤਿਸੈ ਵਿਸਾਰ ਅਵਰ ਲਗਰੀ ਸੰਧਕ ਤੋਹੇ ਸਾਧ ਨਹੀਂ ਕਹੀਓ ਸ਼ਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਨਿਓ ਮਤ ਘਾਲੋ ਜਮ ਕੀ ਖਬਰੀ ਕਹਿ ਕਬੀਰ ਇਹ ਬਿਨਤੀ ਸੁਨਿਓ ਮਤ ਘਾਲੋ ਜਮ ਕੀ ਖਬਰੀ ਹਮ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਮਾਇਆ ਮੋਹ ਭਰਮ ਪੈ ਭੂਲੇ ਸੁਤ
ਅਰਦਾਰਾ ਸਿਉ ਪ੍ਰੀਤ ਲਗਾਈ। ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ। ਕਹੋ ਟਲ ਗੁਰ ਸੇਵੀਆ ਅਹਨਸ ਸਹਜ ਪਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਗੁਰ ਸਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ 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 ਦੀ ਕਟੀਐ। ਸਜਣ ਸੱਚਾ ਪਾਤਸ਼ਾਹੋ ਸਿਰ ਸਾਂਦ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਕਿਆ ਸੁਣਿੰਦੋ ਕੂੜ ਵੰਜਨ ਪਵਨ ਚੁਲਾਰਿਆ। ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣਿੰਦੇ ਸਚ ਧਣੀ। ਕਿਆ ਸੁਣਿੰਦੋ ਕੂੜ ਵੰਜਨ ਪਵਨ ਚੁਲਾਰਿਆ। ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣਿੰਦੇ ਸਚ ਧਨੀ। ਸ਼ੰਤ ਤਿਨ ਘੋਲ ਘੁਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ। ਤੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ। ਸੇ ਸਹਿਜ ਸੁਹੇਲੇ ਗੁਣ ਅਮੋਲੇ ਜਗਤ ਉਧਾਰਨ ਆਏ। ਭੈ ਬੋਹਿਥ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘਾਏ। ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ। ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ। ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ। ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸਰਵਣੀ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਜਗਤ ਗੁਰੂ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਰੇ। ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੇ ਪਾਵਨ ਅਸਥਾਨਾਂ ਤੇ ਨਤਮਸਤਕ ਹੋ ਕੇ ਗੁਰਦੇਵ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸਮਾਂ ਹੈ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਦਾ। ਅੱਜ ਉਹ ਭਾਗਸ਼ਾਲੀ ਦਿਨ ਵੀ ਸਤਿਗੁਰਾਂ ਦੀ ਕਿਰਪਾ ਨਾਲ ਆਇਆ ਹੈ।
ਪਿਛਲੇ ਕਈ ਦਿਨਾਂ ਤੋਂ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸਕ ਸਥਾਨਾਂ ਦੀ ਯਾਤਰਾ, ਦਰਸ਼ਨ ਦਿਦਾਰੇ, ਨਗਰ ਕੀਰਤਨ ਹੁਣ ਕਥਾ ਦੀ ਸਮਾਪਤੀ ਤੋਂ ਉਪਰੰਤ ਪ੍ਰਾਰੰਭ ਹੋਣੇ ਹਨ। ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦਾ ਕਰਤੱਵ ਹੈ, ਫਰਜ਼ ਬਣਦਾ ਹੈ ਕਿ ਨਗਰ ਕੀਰਤਨ ਦੇ ਨਾਲ ਚੱਲ ਕੇ ਨੌਵੇਂ ਪਾਤਸ਼ਾਹ ਦੇ ਪਾਵਨ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਕੇ ਗੁਰਦੇਵ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਰਾਗ ਵਡਹੰਸ ਦੇ ਪਵਿੱਤਰ ਛੰਤ ਹਨ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰਦੇਵ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਕਿਆ ਸੁਣਿੰਦੋ ਕੂੜ ਵੰਜਨ ਪਵਨ ਚੁਲਾਰਿਆ। ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਛੰਤ ਦੀ ਆਰੰਭਤਾ ਤੋਂ ਪਹਿਲਾਂ ਸ਼ਲੋਕ ਉਚਾਰਨ ਕਰ ਰਹੇ ਨੇ। ਸਤ ਤੇ ਅਸਤ, ਜਿਸ ਨੂੰ ਆਪਾਂ ਸਾਰ ਤੇ ਅਸਾਰ ਵੀ ਕਹਿੰਦੇ ਹਾਂ। ਸਤ ਦੇ ਪਰਿਪੇਖ ਵਿੱਚ ਅਸਤ ਉਹ ਹੋਵੇਗਾ ਜੋ ਨਹੀਂ ਹੁੰਦਾ। ਅਸਤ ਉਹ ਹੈ ਜੋ ਦਿਸ ਵੀ ਰਿਹਾ ਪਰ ਹੈ ਵੀ ਨਹੀਂ। ਸਪਸ਼ਟ ਲਫ਼ਜ਼ਾਂ 'ਚ ਕਹਿ ਦਿਆਂਗੇ ਝੂਠ। ਬਹੁਤ ਕੁਝ ਸਾਡੇ ਵੇਖਣ ਵਿੱਚ ਐਸਾ ਆਉਂਦਾ, ਕੋਈ ਜਾਦੂਗਰ ਸੱਚਮੁੱਚ ਤਾਂ ਨਹੀਂ ਉਹ ਸਭ ਕੁਝ ਕਰ ਰਿਹਾ ਹੁੰਦਾ। ਉਹ ਸੱਚਮੁੱਚ ਆਪਣੇ ਜਮੂਰੇ ਦੀ ਗਰਦਨ ਦੇ ਵਿੱਚ ਛੁਰੀ ਨਹੀਂ ਫੇਰਦਾ, ਪਰ ਅਸੀਂ ਦੇਖ ਰਹੇ ਹਾਂ ਵੀ ਉਹ ਜਮੂਰੇ ਦੀ ਗਰਦਨ ਦੇ ਵਿੱਚ ਛੁਰੀ ਵੀ ਫੇਰ ਦਿੰਦਾ, ਆਪਣੇ ਜਮੂਰੇ ਦੇ ਸਰੀਰ ਨੂੰ 3 ਹਿੱਸਿਆਂ ਵਿੱਚ ਕੱਟ ਵੀ ਦਿੰਦਾ, ਵੰਡ ਵੀ ਦਿੰਦਾ। ਪਰ ਕੀ ਉਹ ਸੱਤ ਹੁੰਦਾ? ਸੱਤ ਨਹੀਂ ਹੈ, ਪਰ ਦਿਸ ਰਿਹਾ ਕਿ ਸੱਤ ਹੈ, ਪਰ ਅਸੀਂ ਜਾਣਦੇ ਵੀ ਹਾਂ ਵੀ ਇਹ ਝੂਠ ਹੈ। ਪਰ ਅਸੀਂ ਬੜੀ ਹੈਰਾਨੀ ਨਾਲ ਅਚਰਜ ਹੋ ਕੇ ਵੇਖਦੇ ਹਾਂ, ਕਿਉਂਕਿ ਸਾਨੂੰ ਉਹ ਜੋ ਜਾਦੂਗਰ ਕਰ ਰਿਹਾ ਹੈ ਉਹਦੀ ਵਾਸਤਵਿਕਤਾ ਦਾ ਨਹੀਂ ਪਤਾ ਕਿ ਕੀ ਕਰ ਰਿਹਾ। ਅਗਰ ਉਸੇ ਜਾਦੂਗਰ ਦੇ ਤਮਾਸ਼ੇ ਨੂੰ ਕੋਈ ਦੂਸਰਾ ਜਾਦੂਗਰ ਵੇਖਦਾ, ਉਹਨੂੰ ਸਭ ਕੁਝ ਪਤਾ ਹੁੰਦਾ ਵੀ ਇਹ ਕੁਝ ਵੀ ਨਹੀਂ, ਕਿਉਂਕਿ ਉਹਨੂੰ ਪਤਾ ਹੈ ਕਿ ਹੱਥ ਦੀ ਸਫਾਈ ਹੈ, ਕਿਸ ਤਰੀਕੇ ਨਾਲ ਕੀਤਾ ਜਾਏ, ਉਹਦੇ ਵਾਸਤੇ ਅਚਰਜ ਨਹੀਂ ਹੁੰਦਾ। ਪਰ ਜਦੋਂ ਸਾਡੇ ਵਰਗਾ ਕੋਈ ਸਧਾਰਨ ਵਿਅਕਤੀ ਵੀ ਉਹ ਚੀਜ਼ਾਂ ਨੂੰ ਨਹੀਂ ਜਾਣਦਾ, ਉਸ ਤਮਾਸ਼ੇ ਨੂੰ ਨਹੀਂ ਜਾਣਦਾ, ਤਾਂ ਅਸੀਂ ਕਹਾਂਗੇ ਤਾਂ ਬੜੀ ਹੈਰਾਨੀ। ਪਤਾ ਵੀ ਹੈ ਕਿ ਝੂਠ ਹੈ, ਇਹ ਸੱਚ ਨਹੀਂ ਹੈ, ਪਰ ਫਿਰ ਵੀ ਅਸੀਂ ਸੱਚ ਮੰਨ ਰਹੇ ਹੁੰਦੇ। ਨਿਰੰਕਾਰ ਦੀ ਇਹ ਸਾਰੀ ਰਚੀ ਹੋਈ ਰਚਨਾ ਸਾਡੇ ਭਰਮ ਦੇ ਕਾਲ ਵਿੱਚ, ਜਦੋਂ ਅਸੀਂ ਭਰਮ ਦੇ ਵਿੱਚ ਹਾਂ, ਸਾਨੂੰ ਸੱਚ ਪ੍ਰਤੀਤ ਹੁੰਦੀ ਹੈ। ਜੋ ਉਸ ਨਿਰਾਕਾਰ ਪਰਮੇਸ਼ਵਰ ਵਿੱਚ ਮਿਲ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ, ਉਹ ਇੱਕਮਿਕ ਹੋਏ ਪਰਮੇਸ਼ਰ ਵਿੱਚ ਅਭੇਦ ਹੋਏ ਪਰਮੇਸ਼ਰ ਦੀ ਇਸ ਖੇਡ ਨੂੰ ਸਮਝ ਲੈਂਦੇ ਨੇ ਵੀ ਇਹਦੇ 'ਚ ਕੁਝ ਵੀ ਸੱਚ ਨਹੀਂ ਹੈ। ਜਿਵੇਂ ਇੱਕ ਜਾਦੂਗਰ ਦੂਸਰੇ ਜਾਦੂਗਰ ਦੀਆਂ ਉਹ ਸਾਰੀਆਂ ਗੱਲਾਂ ਨੂੰ ਸਮਝ ਲੈਂਦਾ।
ਤੇ ਜਿਸ ਵਕਤ ਪਰਮਾਤਮਾ ਦੀ ਰਚੀ ਹੋਈ ਇਸ ਰਚਨਾ ਨੂੰ ਵੇਖ ਕੇ ਜਿਹੜਾ ਜਾਣ ਲੈਂਦਾ ਹੈ ਕਿ ਭਰਮ ਕਰਕੇ ਹੀ ਸੱਚ ਪ੍ਰਤੀਤ ਹੋ ਰਿਹਾ ਹੈ, ਅਸਲੀਅਤ ਵਿੱਚ ਇਹ ਸੱਚ ਨਹੀਂ ਹੈ, ਫਿਰ ਉਹ ਕਹਿੰਦੇ ਨੇ ਕਿਆ ਸੁਣੇਂਦੋ ਕੂੜ ਵੰਝਨ ਪਵਨ ਚੁਲਾਰਿਆ। ਤੂੰ ਆ ਦੁਨੀਆ ਦੇ ਝੂਠੇ ਪਦਾਰਥਾਂ ਬਾਰੇ ਕੀ ਸੁਣਦਾ ਹੈ? ਇਹ ਝੂਠੇ ਨੇ। ਇਹਨਾਂ ਝੂਠ ਪਦਾਰਥਾਂ ਬਾਰੇ ਤੂੰ ਜੋ ਸੁਣ ਰਿਹਾ ਸਭ ਝੂਠ ਹੈ। ਸੰਸਾਰ ਦੇ ਜਿਤਨੇ ਵੀ ਪਦਾਰਥ ਨੇ, ਜਿਤਨੀਆਂ ਵੀ ਵਸਤੂਆਂ ਨੇ, ਇਹ ਸੱਚ ਤਾਂ ਨਹੀਂ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇਹ ਤਾਂ ਝੂਠ ਨੇ। ਜਿਵੇਂ ਹਵਾ ਦਾ ਬੁੱਲਾ ਆਉਂਦਾ ਤੇ ਚਲਿਆ ਜਾਂਦਾ, ਵੰਝਨ ਪਵਨ ਝੁਲਾਰਿਆ, ਇਸੇ ਤਰ੍ਹਾਂ ਇਹ ਝੂਠੇ ਪਦਾਰਥਾਂ ਬਾਰੇ ਤੂੰ ਕੀ ਸੁਣਦਾ ਹੈ ਵੀ ਇਹ ਪਦਾਰਥ ਸੱਚ ਨੇ? ਇਹ ਤਾਂ ਪਵਨ ਦੇ ਝੁਲਾਰੇ ਵਾਂਗੂ ਨੇ। ਜਿੰਨਾ ਚਿਰ ਤੱਕ ਤੇਰੇ ਕੋਲ ਪੁੰਨ ਕਰਮ ਹਨ, ਉਹਨਾਂ ਪੁੰਨ ਕਰਮਾਂ ਦੇ ਸਦਕਾ ਇਹ ਪਦਾਰਥ ਤੇਰੇ ਕੋਲ ਆਉਂਦੇ ਨੇ। ਜਦੋਂ ਪੁੰਨ ਕਰਮਾਂ ਦੀ ਹਵਾ ਲੰਘ ਜਾਂਦੀ ਹੈ ਤਾਂ ਹਵਾ ਦੇ ਬੁੱਲੇ ਵਾਂਗੂ ਇਹ ਵੀ ਚਲੇ ਜਾਂਦੇ ਨੇ। ਸੰਸਾਰ ਦੇ ਪਦਾਰਥਾਂ ਦਾ ਜਿਤਨਾ ਵੀ ਸੁੱਖ ਹੈ, ਇਹ ਸਾਡੇ ਕੋਲ ਉਦੋਂ ਤੱਕ ਹੀ ਹੈ ਜਦੋਂ ਤੱਕ ਸਾਡੇ ਪੁੰਨ ਕਰਮ ਨੇ। ਪੁੰਨ ਕਰਮਾਂ ਦੇ ਪ੍ਰਭਾਵ ਕਰਕੇ ਸਾਨੂੰ ਵਸਤੂਆਂ ਮਿਲਦੀਆਂ ਨੇ, ਪਦਾਰਥ ਮਿਲਦੇ ਨੇ। ਮਲਨ ਕਰਮਾਂ ਕਰਕੇ ਸਾਨੂੰ ਉਹਦਾ ਫਲ ਪ੍ਰਾਪਤ ਹੁੰਦਾ। ਪਰ ਪੁੰਨ ਕਰਮ ਕਦੋਂ ਤੱਕ ਰਹਿੰਦੇ ਨੇ? ਆਖਰਕਾਰ ਤਾਂ ਖਤਮ ਹੁੰਦੇ ਨੇ ਨਾ, ਆਖਰਕਾਰ ਤਾਂ ਬਿਨਸਦੇ ਨੇ। ਜਿਸ ਵਕਤ ਤੋਂ ਪੁੰਨ ਕਰਮ ਬਿਨਸ ਗਏ ਤੇ ਫਿਰ ਆ ਵੀ ਜਿਹੜੇ ਸੰਸਾਰ ਦੇ ਪਦਾਰਥ ਝੂਠਿਆਂ ਦੇ ਬਾਰੇ ਤੂੰ ਸੁਣਦਾ ਹੈ, ਇਹ ਵੀ ਹਵਾ ਦੇ ਬੁੱਲੇ ਵਾਂਗੂ ਨੇ, ਇਹ ਵੀ ਚਲੇ ਜਾਂਦੇ ਨੇ। ਸਾਡੇ ਆਪਣੇ ਜੀਵਨ ਦੇ ਵਿੱਚ ਅਸੀਂ ਐਸੀਆਂ ਕਿੰਨੀਆਂ ਵਸਤੂਆਂ ਜਿਹੜੀਆਂ ਹੰਡਾਈਆਂ ਤੇ ਚਲੀਆਂ ਗਈਆਂ, ਔਰ ਅਕਸਰ ਅਸੀਂ ਕਹਿੰਦੇ ਆ ਉਹ ਵਸਤੂ ਜੋ ਅੱਜ ਤੋਂ ਕਈ ਸਾਲ ਪਹਿਲਾਂ ਸਾਨੂੰ ਮਿਲੀ ਸੀ, ਮੁੜ ਕੇ ਉਦਾਂ ਦੀ ਵਸਤੂ, ਉਦਾਂ ਦਾ ਪਦਾਰਥ ਸਾਨੂੰ ਨਹੀਂ ਮਿਲਿਆ। ਕਿਤਨੇ ਪਦਾਰਥ, ਕਿਤਨੀਆਂ ਵਸਤੂਆਂ ਆਈਆਂ ਤੇ ਚਲੀਆਂ ਗਈਆਂ। ਤੇ ਜੋ ਆਵੇ ਤੇ ਚਲੇ ਜਾਵੇ ਉਹਨੂੰ ਸੱਚ ਕਿਵੇਂ ਕਹਿ ਸਕਦੇ ਹਾਂ? ਸੱਚ ਤਾਂ ਉਹ ਹੈ ਜਿਹੜਾ ਸदैवी ਹੋਵੇ। ਸੱਤ ਤਾਂ ਇਹ ਸਰੀਰ ਵੀ ਨਹੀਂ, ਜਨਮ ਤੋਂ ਲੈ ਕੇ ਹੁਣ ਤੱਕ ਇਹ ਸਰੀਰ ਦਾ ਕਿਤਨਾ ਕੁਝ ਘਟਿਆ ਹੋਵੇਗਾ, ਉਦਾਂ ਦਾ ਤੇ ਨਹੀਂ ਰਹਿੰਦਾ ਸਰੀਰ। ਬਚਪਨ ਦੇ ਵਿੱਚ ਜੋ ਮਾਸੂਮੀਅਤ ਸੀ, ਬਚਪਨ ਦੇ ਵਿੱਚ ਜੋ ਚੇਤਾ ਸ਼ਕਤੀ ਸੀ, ਕਿ ਜਵਾਨੀ ਵਿੱਚ ਉਤਨੀ ਚੇਤਾ ਸ਼ਕਤੀ ਰਹਿੰਦੀ ਹੈ? ਬਚਪਨ ਦੇ ਵਿੱਚ ਇੱਕ ਪੁਸਤਕ ਪੜ੍ਹਦਿਆਂ ਸਾਰੇ ਨੂੰ ਸਭ ਕੁਝ ਚੇਤੇ ਹੋ ਜਾਂਦਾ। ਜਦੋਂ ਕੁਝ ਕਰੋੜ ਉਮਰ ਦੇ ਵਿੱਚ ਆ ਜਾਂਦਾ, ਹੁਣ ਕਹਿੰਦਾ ਯਾਦ ਨਹੀਂ ਹੁੰਦਾ। ਫਿਰ ਜੋ ਯਾਦ ਹੁੰਦਾ, ਇੱਕ ਉਮਰ ਐਸੀ ਵੀ ਆਉਂਦੀ ਹੈ ਜੋ ਯਾਦ ਹੁੰਦਾ ਉਹ ਵੀ ਭੁੱਲਣ ਲੱਗ ਪੈਂਦਾ। ਜੇ ਸਰੀਰ ਦੇ ਨਾਲ ਜੁੜੀਆਂ ਹੋਈਆਂ ਸਰੀਰ ਦੀਆਂ ਸ਼ਕਤੀਆਂ ਵੀ ਸੱਤ ਨਹੀਂ ਹਨ, ਨੇਤਰਾਂ ਦੀ ਰੋਸ਼ਨੀ ਘਟ ਜਾਂਦੀ ਹੈ, ਸਰਵਣਾ ਦੀ ਸੁਣਨ ਸ਼ਕਤੀ ਘਟ ਜਾਂਦੀ ਹੈ, ਸਰੀਰ ਦਾ ਬਲ ਤੇ ਤਾਣ ਛੀਣ ਹੋਣ ਲੱਗ ਪੈਂਦਾ, ਤਾਂ ਫਿਰ ਇਸ ਸਰੀਰ ਨਾਲ ਜੁੜੇ ਹੋਏ ਪਦਾਰਥ ਕਿਵੇਂ ਸੱਤ ਹੋ ਸਕਦੇ ਨੇ? ਸੱਤ ਤਾਂ ਇਹ ਵੀ ਨਹੀਂ ਹੈ। ਗਰੀਬ ਨਵਾਜ ਸਵਾਮੀ ਜੀ ਫਰਮਾਉਂਦੇ ਹਨ, ਤੂੰ ਇਹਨਾਂ ਝੂਠੇ ਪਦਾਰਥਾਂ ਬਾਰੇ ਕੀ ਸੁਣਦਾ ਹੈ? ਸੁਣ ਸੁਣ ਕੇ ਕੀ ਉਤਸ਼ਾਹਤ ਹੋ ਰਿਹਾ ਹੈ? ਇਹ ਤਾਂ ਪਵਨ ਦੇ ਬੁੱਲੇ ਵਾਂਗੂ ਨੇ। ਜਿਵੇਂ ਪਵਨ ਦਾ ਬੁੱਲਾ ਆਉਂਦਾ, ਹਵਾ ਦਾ ਬੁੱਲਾ ਆਉਂਦਾ ਤੇ ਚਲਿਆ ਜਾਂਦਾ, ਇਸੇ ਤਰ੍ਹਾਂ ਤੇਰੇ ਪੁੰਨ ਕਰਮਾਂ ਕਰਕੇ ਇਹ ਪਦਾਰਥ ਤੇਰੇ ਕੋਲ ਆਉਂਦੇ ਨੇ, ਮੁੜ ਕੇ ਚਲੇ ਜਾਂਦੇ ਨੇ। ਇਹੀ ਸੱਚ ਹੈ। ਹਾਂਜੀ। ਨਾਨਕ ਸੁਣੀਅਰ ਤੇ ਪ੍ਰਵਾਨ, ਜੋ ਸੁਣਦੇ ਸੱਚ ਧਣੀ। ਤੂੰ ਇਹਨਾਂ ਝੂਠੇ ਪਦਾਰਥਾਂ ਬਾਰੇ ਕੀ ਸੁਣਦਾ ਜਿਹੜੇ ਰਹਿਣੇ ਹੀ ਨਹੀਂ? ਫਲਾਣੇ ਕੋਲ ਆ ਪਦਾਰਥ ਹੈ, ਫਲਾਣੇ ਕੋਲ ਆ ਐਸ਼ੋ ਪ੍ਰਸਤੀ ਦੇ ਇਸ਼ਰਤ ਦੇ ਸਾਧਨ ਨੇ, ਫਲਾਣੇ ਕੋਲ ਆ ਕੁਝ ਹੈ। ਅਸੀਂ ਲੋਕਾਂ ਬਾਰੇ ਹੀ ਸੁਣਦੇ ਰਹਿੰਦੇ ਹਾਂ ਨਾ, ਜਿਨ੍ਹਾਂ ਨਾਲ ਸਾਡਾ ਕਦੇ ਕੋਈ ਵਾਹ ਵਾਸਤਾ ਨਹੀਂ ਪੈਣਾ, ਅਸੀਂ ਉਹਨਾਂ ਦੇ ਬਾਰੇ ਵੀ ਸੁਣਦੇ ਰਹਿੰਦੇ ਹਾਂ। ਬਿਲ ਕਲਿੰਟਨ ਦੇ ਕੋਲ ਆ ਕੁਝ ਹੈ, ਵੱਡੇ ਵੱਡੇ ਜਿਹੜੇ ਇੰਡਸਟਰੀਆਂ ਵਾਲੇ ਨੇ, ਵੱਡੇ ਵੱਡੇ ਸ਼ਾਹੂਕਾਰ ਲੋਕ ਨੇ, ਉਹਨਾਂ ਕੋਲ ਆ ਕੁਝ ਹੈ। ਉਹ ਸੁਣ ਸੁਣ ਕੇ ਉਹ ਗੱਲਾਂ ਜਿਨ੍ਹਾਂ ਦਾ ਕੋਈ ਸਾਡੇ ਨਾਲ ਜੀਵਨ ਨਾਲ ਕੋਈ ਸੰਦਰਭ ਨਹੀਂ, ਜਿਨ੍ਹਾਂ ਬਾਤਾਂ ਦਾ ਕੋਈ ਸਾਡੇ ਜੀਵਨ 'ਚ ਪ੍ਰਯੋਜਨ ਨਹੀਂ, ਅਸੀਂ ਆਪਣਾ ਸਮਾਂ ਖਰਾਬ ਕਰਦੇ। ਬਾਦਸ਼ਾਹ ਕਹਿੰਦੇ ਕਿਸੇ ਕੋਲ ਬਹੁਤ ਕੁਝ ਵੀ ਹੋਵੇ,
ਕਿ ਉਹ ਸਦਾ ਉਹਦੇ ਕੋਲ ਰਿਹਾ ਜਾਂ ਉਹ ਰਹੇ ਨੇ, ਉਹ ਆਪ ਵੀ ਨਹੀਂ ਰਹੇ। ਤੂੰ ਕਿਉਂ ਇਹੋ ਜਿਹੀਆਂ ਗੱਲਾਂ ਸੁਣ ਕੇ ਜਿਨ੍ਹਾਂ ਦੇ ਵਿੱਚ ਤੇਰੇ ਕੋਈ ਜੀਵਨ ਦਾ ਤਾਤਪਰਜ ਹੀ ਨਹੀਂ ਹੈ ਆਪਣਾ ਸਮਾਂ ਬਰਬਾਦ ਕਰਨਾ? ਪਾਤਸ਼ਾਹ ਇੱਥੇ ਸਪਸ਼ਟ ਕਰਦੇ ਆ, ਕਹਿੰਦੇ ਸੁਣੋ ਸੁਣੋ ਭਾਈ, ਪਰ ਅਸਲ ਵਿੱਚ ਸੁਣਨਾ ਉਹਨਾਂ ਦਾ ਪ੍ਰਵਾਨ ਹੈ। ਅਸਲ ਵਿੱਚ ਸੁਣਨਾ ਉਹਨਾਂ ਦਾ ਪ੍ਰਵਾਨ ਹੈ ਜਿਹੜੇ ਆਪਣੇ ਨਾਲ ਸ਼ਰਵਣਾ ਨਾਲ ਪਰਮੇਸ਼ਰ ਦੀ ਸਿਫਤ ਸੁਣਦੇ ਨੇ, ਅਕਾਲ ਪੁਰਖ ਦਾ ਨਾਮ ਸੁਣਦੇ ਨੇ, ਪਰਮੇਸ਼ਰ ਦੀ ਵਡਿਆਈ ਸੁਣਦੇ। ਉਹ ਕੰਨ, ਸੁਣੀਅਰ ਦਾ ਮਤਲਬ ਕੰਨ, ਉਹ ਕੰਨ ਪ੍ਰਵਾਨ ਨੇ, ਉਹ ਕੰਨ ਸਫਲੇ ਨੇ, ਉਹ ਸਰਵਣ ਸਫਲੇ ਨੇ ਜਿਨ੍ਹਾਂ ਸਰਵਣਾ ਨਾਲ ਮਹਾਰਾਜ ਜੀ ਕਹਿੰਦੇ ਤੂੰ ਉਸ ਸੱਚੇ ਧਣੀ ਦੀ ਸੋਭਾ ਸੁਣਦਾ, ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸੁਣਦਾ। ਜੇ ਉਹਦੀ ਵਡਿਆਈ, ਦੁਨੀਆ ਦੇ ਵੱਡੇ ਲੋਕਾਂ ਦੀਆਂ ਗੱਲਾਂ ਸੁਣ ਕੇ ਤੈਨੂੰ ਕੁਝ ਨਹੀਂ ਹਾਸਲ ਹੋਣ ਵਾਲਾ, ਪਰ ਉਸ ਵੱਡੇ ਦੀਆਂ ਪਰਮੇਸ਼ਰ ਦੀਆਂ ਸਿਫਤਾਂ ਸੁਣ ਕੇ ਤੈਨੂੰ ਇਹ ਹਾਸਲ ਹੋਵੇਗਾ ਕਿ ਉਹਦੀਆਂ ਬਾਤਾਂ ਸੁਣ ਸੁਣ ਕੇ ਤੂੰ ਵੀ ਵੱਡਾ ਹੋ ਜਾਏਗਾ। ਇਹ ਫਾਇਦਾ। ਤੇ ਗੁਰਮਤ ਦੇ ਵਿੱਚ ਵੱਡਾ ਉਹ ਹੈ ਜਿਹਦੇ ਕੋਲ ਸ਼ੁਭ ਗੁਣਾਂ ਦੀ ਸੰਪਦਾ ਹੈ, ਸ਼ੁਭ ਗੁਣਾਂ ਦੀ ਵਿਭੂਤੀ ਹੈ, ਉਹ ਵੱਡਾ। ਤੇ ਪਰਮੇਸ਼ਰ ਦੀ ਸਿਫਤ ਸੁਣਨ ਵਾਲੇ ਕੰਨ ਮਹਾਰਾਜ ਜੀ ਕਹਿੰਦੇ ਪ੍ਰਵਾਨ। ਸੁਣੀਅਰ ਦਾ ਇੱਥੇ ਅਰਥ ਕਰਾਂਗੇ ਸ਼ਰਵਣ, ਕੰਨ। ਉਹ ਕੰਨ ਪ੍ਰਵਾਨ ਨੇ ਜਿਹੜੇ ਕੰਨ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਨੂੰ ਸੁਣਦੇ ਨੇ, ਸੱਚੇ ਧਣੀ ਨੂੰ ਸੁਣਦੇ ਨੇ। ਜਾਂ ਏਦਾਂ ਕਹਿ ਲਿਓ, ਸੱਚਾ ਧਣੀ ਬੋਲ ਰਿਹਾ ਹੈ ਪਰ ਸਾਨੂੰ ਸੁਣਾਈ ਨਹੀਂ ਦਿੰਦਾ। ਸੁਣਾਈ ਇਸ ਕਰਕੇ ਨਹੀਂ ਦੇ ਰਿਹਾ ਕਿਉਂਕਿ ਸਾਡੇ ਕੰਨਾਂ ਦੇ ਵਿੱਚ ਬਹਿਰਾਪਨ ਹੈ। ਸਾਡੇ ਕੰਨ ਬੋਲੇ ਹੋਏ ਫਿਰਦੇ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋੜਾ। ਕੰਨ ਤਾਂ ਹਨ ਪਰ ਬੋਲੇ ਹੋ ਰਹੇ ਆ। ਸਤਿਗੁਰਾਂ ਦਾ ਸ਼ਬਦ ਸਾਨੂੰ ਨਹੀਂ ਸੁਣਦਾ। ਇੱਕ ਵਿਦਵਾਨ ਕਹਿੰਦਾ ਮੇਰੇ ਕੰਨਾਂ ਦੀ ਸੁਣਨ ਸ਼ਕਤੀ ਘਟ ਗਈ ਹੈ। ਮੈਨੂੰ ਅਕਸਰ ਆਪਣੀ ਸਿਫਤ ਦੀ ਗੱਲ ਸੁਣ ਜਾਂਦੀ ਹੈ ਪਰ ਮੈਂ ਆਪਣੀ ਖਾਮੀ ਨਹੀਂ ਸੁਣਦਾ। ਅਕਸਰ ਮੈਨੂੰ ਮੇਰੀ ਸਿਫਤ ਦੇ ਕਹੇ ਹੋਏ, ਜਿਹੜੇ ਮੇਰੀ ਸਿਫਤ ਵਿੱਚ ਕਹੇ ਜਾਂਦੇ ਨੇ, ਉਹ ਬੋਲ ਸੁਣ ਜਾਂਦੇ ਨੇ, ਪਰ ਜਦੋਂ ਕੋਈ ਖਾਮੀ ਕਹੇ ਤਾਂ ਉਹ ਖਾਮੀ ਮੇਰੇ ਕੋਲੋਂ ਨਹੀਂ ਸੁਣੀ ਜਾਂਦੀ, ਮੈਂ ਨਹੀਂ ਸੁਣਦਾ। ਅਕਸਰ ਦੂਜਿਆਂ ਦੀ ਨਿੰਦਾ ਸੁਣ ਲੈਣਾ, ਆਪਣੀ ਉਸਤਤ। ਮੇਰੇ ਕੰਨਾਂ ਦੀ ਸੁਣਨ ਸ਼ਕਤੀ ਘਟ ਗਈ। ਔਰ ਇਹ ਬੜੀ ਸੱਚਾਈ ਕਿ ਮੈਂ ਆਪਣੇ ਗੁਣ ਸੁਣ ਸਕਦਾ ਪਰ ਕੋਈ ਔਗਣ ਦੱਸੇ ਮੈਂ ਨਹੀਂ ਸੁਣ ਸਕਦਾ, ਬਰਦਾਸ਼ਤ ਨਹੀਂ ਕਰਾਂਗਾ। ਸਤਿਗੁਰਾਂ ਦੇ ਸ਼ਬਦ, ਗੁਰੂ ਕੀ ਬਾਣੀ ਸਾਡੇ ਔਗਣ ਦੱਸਦੀ ਹੈ, ਸਾਡੀਆਂ ਖਾਮੀਆਂ ਦੱਸਦੀ ਹੈ। ਜਿਸ ਕਰਕੇ ਸਾਡੇ ਕੰਨ ਬੋਲੇ ਹੋਏ ਨਹੀਂ ਸੁਣਦੇ। ਕਹਾਂ ਬੁਝਾਰਤ ਬੂਝੈ ਡੋਰਾ। ਇੱਕ ਬੋਲਿਆਂ ਦਾ ਟੱਬਰ ਸੀ, ਸਾਰਾ ਟੱਬਰ ਬੋਲਿਆਂ ਦਾ। ਹੁਣ ਬੋਲੇ ਹੋਣ ਕਰਕੇ ਇੱਕ ਦੂਜੇ ਦੀ ਗੱਲ ਨਹੀਂ ਸੀ ਸੁਣ ਸਕਦੇ, ਬੋਲ ਜ਼ਰੂਰ ਸਕਦੇ ਸੀ। ਕਲੇਸ਼ ਬਣਿਆ ਰਹਿੰਦਾ ਸੀ ਘਰ 'ਚ। ਸਵੇਰੇ ਸਵੇਰੇ ਘਰ ਦਾ ਮੁਖੀਆ, ਜਿਹੜਾ ਕੰਮਕਾਰ ਕਰਨ ਵਾਲਾ, ਉਹ ਉੱਠਿਆ ਤੇ ਜਾਣ ਲੱਗਾ ਤੇ ਘਰ ਵਾਲੀ ਨੂੰ ਆਪਣੇ ਨੂੰ ਕਹਿੰਦਾ ਵੀ ਮੈਂ ਖੇਤ ਚੱਲਿਆ ਹਲ ਵਾਹਣ ਤੇ ਤੂੰ ਲੋ ਲੱਗਦੀ ਨੂੰ ਮੇਰੇ ਵਾਸਤੇ ਸ਼ਾਹ ਵੇੜਾ ਲੈ ਆਈ, ਛੇਤੀ ਆ ਜੀ ਰੋਟੀ ਲੈ। ਘਰ ਵਾਲੀ ਵੀ ਬੋਲੀ ਸੀ, ਰੋਟੀ ਪਕਾਉਣ ਲੱਗ ਪਈ ਤੇ ਸੱਸ ਦੇ ਨਾਲ ਤੂੰ ਮੈਂ ਹੋ ਰਹੀ। ਉਹ ਇਹਦੀ ਨਾ ਸਮਝੇ, ਇਹਦੀ ਨਾ ਸਮਝੇ। ਸੱਸ ਜਿਹੜੀ ਸੀ ਉਹ ਆਪਣੇ ਪਤੀ ਕੋਲ ਗਈ, ਉਹ ਅੱਗੇ ਬਾਣ ਵੱਟਦਾ ਸੀ। ਉਹਨੂੰ ਜਾ ਕੇ ਕਹੇ ਵੀ ਤੇਰੀ ਨੂੰਹ ਮੇਰੇ ਨਾਲ ਲੜਦੀ ਹੈ। ਖਿੱਝ ਕੇ ਬੋਲੇ। ਹੁਣ ਅੱਗੇ ਉਹਨੂੰ ਨਾ ਸਮਝ ਆਵੇ ਤੇ ਉਹ ਬਾਣ ਵੱਟਦਾ ਸੀ,
ਕਹਿੰਦਾ ਮੇਰੇ ਕੋਲੋਂ ਤਾਂ ਇਹੋ ਜਿਹਾ ਹੀ ਵਟੀਂਦਾ, ਜੇ ਬਰੀਕ ਵਟਾਣਾ ਤੇ ਕਿਸੇ ਹੋਰ ਕੋਲੋਂ ਵਟਾ ਲੈ, ਮੈਂ ਨਾਲੇ ਸਵੇਰ ਦਾ ਬਾਣ ਵੱਟਦਾ ਤੇ ਆ ਕੇ ਤੂੰ ਮੇਰੇ ਨਾਲ ਲੜੀ ਜਾਂਦੀ। ਉਧਰ ਖੇਤਾਂ ਦੇ ਵਿੱਚ ਉਹ ਬਲਦਾਂ ਦੀ ਜੋੜੀ ਹੈ, ਹਲ ਵਾਹ ਰਿਹਾ। ਇੱਕ ਕੋਈ ਸਿਪਾਹੀ ਹੈ ਘੋੜੇ ਤੇ ਚੜਿਆ ਤੇ ਉਹ ਰਾਹ ਪੁੱਛਣ ਲੱਗਾ ਉਹਨੂੰ, ਕਹਿੰਦਾ ਵੀ ਰਾਹ ਕਿੱਧਰ ਨੂੰ ਜਾਂਦਾ? ਉਹਨੇ ਪੁੱਛਿਆ ਵੀ ਸ਼ਾਇਦ ਪੁੱਛਦਾ ਵੀ ਇਹ ਬਲਦ ਕਿੱਥੋਂ ਲਿਆਇਆ? ਕਹਿੰਦਾ ਇੱਕ ਘਰ ਦਾ ਪਾਲਿਆ ਵਹਿੜਕ ਹੈ ਤੇ ਇੱਕ ਮੇਰੇ ਸਹੁਰਿਆਂ ਨੇ ਮੈਨੂੰ ਦਾਜ 'ਚ ਦਿੱਤਾ। ਉਹ ਸਿਪਾਹੀ ਜਿਹੜਾ ਥਾਣੇਦਾਰ ਸੀ ਘੋੜੇ ਤੇ ਚੜਿਆ, ਉਹਨੂੰ ਗੁੱਸਾ ਆਇਆ ਵੀ ਇਹ ਮੇਰੇ ਨਾਲ ਟਿਚਰਾਂ ਕਰਦਾ, ਮੈਂ ਰਾਹ ਪੁੱਛਦਾ ਤੇ ਅੱਗੋਂ ਬਲਦਾਂ ਬਾਰੇ ਦੱਸੀ ਜਾਂਦਾ। ਉਹਨੂੰ ਤਾਂ ਸੁਣਦਾ ਸੀ ਨਾ। ਉਹਨੇ ਡਾਂਗ ਫੜੀ, ਚੰਗੀ ਤਰ੍ਹਾਂ ਫੇਰੀ ਇਹਦੇ ਵੀ ਤੂੰ ਮੈਨੂੰ ਟਿਚਰਾਂ ਕਰਦਾ। ਇਧਰੋਂ ਇਹਦੀ ਘਰਵਾਲੀ ਜਿਹੜੀ ਸੀ ਉਹ ਪ੍ਰਸ਼ਾਦਾ ਲੈ ਕੇ ਪਹੁੰਚ ਗਈ ਤੇ ਇਹਨੇ ਡਾਂਗ ਜਿਹੜੀ ਇਹਦੇ ਹੱਥ ਵਿੱਚ ਸੀ ਬਲਦ ਨੂੰ ਹੱਕਣ ਵਾਲੀ, ਇਹਨੇ ਘਰਵਾਲੀ ਕੁੱਟਣੀ ਸ਼ੁਰੂ ਕਰਤੀ ਵੀ ਤੇਰੇ ਪੇਕਿਆਂ ਨੇ ਮੈਨੂੰ ਬਲਦ ਜਿਹੜਾ ਦਿੱਤਾ ਹੈ ਉਹ ਚੋਰੀ ਦਾ ਦਿੱਤਾ ਹੈ, ਥਾਣੇਦਾਰ ਆਇਆ ਸੀ ਮੈਨੂੰ ਕੁੱਟ ਕੇ ਗਿਆ। ਹੁਣ ਉਹ ਅੱਗੋਂ ਸਮਝੇ ਵੀ ਮੈਂ ਰੋਟੀ ਲੇਟ ਲਿਆਈ ਆ, ਮੈਨੂੰ ਤਾਂ ਕੁੱਟਦਾ। ਉਹ ਆਖੇ ਤੇਰੀ ਮਾਂ ਨੇ ਛਾਪਾ ਪਾਇਆ ਸੀ, ਮੈਨੂੰ ਪਖਾਣ ਨਹੀਂ ਸੀ ਦਿੰਦੀ, ਉਹਨੇ ਲੇਟ ਕਰਾਇਆ। ਇੱਕ ਦੂਜੇ ਦੀ ਗੱਲ ਕੋਈ ਨਾ ਸਮਝੇ। ਅਸਲੀਅਤ ਇਹੀ ਹੈ। ਜਦੋਂ ਕੰਨਾਂ ਦੇ ਵਿੱਚ ਡੋਰਾਪਨ ਹੈ, ਸਤਿਗੁਰਾਂ ਦੇ ਸ਼ਬਦ ਦੁਆਰਾ ਸਾਨੂੰ ਸਾਡੀਆਂ ਖਾਮੀਆਂ ਜਿਹੜੀਆਂ ਨੇ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ, ਪਰ ਪਾਤਸ਼ਾਹ ਕਹਿੰਦੇ ਇਹ ਸ਼ਰਵਣ ਤੈਨੂੰ ਮਿਲੇ ਨੇ, ਇਹਦੇ ਨਾਲ ਆਪਣੀਆਂ ਖਾਮੀਆਂ ਸੁਣ ਤੇ ਪਰਮੇਸ਼ਰ ਦੀਆਂ ਵਡਿਆਈਆਂ ਸੁਣ। ਅਸਲ ਵਿੱਚ ਕੰਨ ਉਹੀ ਪ੍ਰਵਾਨ ਨੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਕੰਨਾਂ ਨਾਲ, ਜਿਨ੍ਹਾਂ ਸ਼ਰਵਣਾਂ ਨਾਲ ਤੂੰ ਉਸ ਸੱਚੇ ਧਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਸੁਣਦਾ ਹੈ। ਸੰਤ ਤਿਨ ਘੋਲ ਘੁਮਾਈ, ਜਿਨ ਪ੍ਰਭ ਸ਼ਰਵਣੀ ਸੁਣਿਆ ਰਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਮੈਂ ਉਹਨਾਂ ਤੋਂ ਘੋਲੀ ਜਾਵਾਂ, ਉਹਨਾਂ ਤੋਂ ਵਾਰੇ ਜਾਵਾਂ, ਉਹਨਾਂ ਤੋਂ ਕੁਰਬਾਨ ਹੋ ਜਾਵਾਂ। ਕਿਹਨਾਂ ਤੋਂ? ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸੁਣੀ, ਜਿਨ੍ਹਾਂ ਨੇ ਆਪਣਿਆਂ ਸ਼ਰਵਣਾਂ ਨਾਲ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਸੁਣੀਆਂ ਨੇ। ਮੈਂ ਉਹਨਾਂ ਤੋਂ ਵਾਰੇ, ਮੈਂ ਉਹਨਾਂ ਤੋਂ ਬਲਿਹਾਰ, ਉਹਨਾਂ ਤੋਂ ਕੁਰਬਾਨ। ਇਹ ਸ਼ਰਵਣ ਮਿਲੇ ਹੀ ਪਰਮੇਸ਼ਰ ਦੀ ਸਿਫਤ ਵਾਸਤੇ ਨੇ। ਮਹਾਰਾਜ ਜੀ ਦੇ ਬਚਨ ਨੇ, ਸਰਵਣੋ ਮੇਰਿਓ ਸਾਚੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਹੁਕਮ ਕਰਦੇ, ਹੈ ਸਰਵਣੋ ਮੇਰਿਓ, ਤੁਹਾਨੂੰ ਇਹ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਮੇਰੇ ਤਨ ਨਾਲ ਲਾ ਕੇ ਇਸ ਕਰਕੇ ਭੇਜਿਆ ਕਿ ਤੁਸੀਂ ਹਰੀ ਵਾਹਿਗੁਰੂ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਨੂੰ ਸੁਣੋ, ਜਿਸ ਨੂੰ ਸੁਣ ਕੇ ਤੇਰਾ ਮਨ ਤੇ ਤਨ ਦੋਵੇਂ ਹਰੇ ਭਰੇ ਹੋ ਜਾਣਗੇ, ਯਾਨੀ ਕਿ ਸਫਲੇ ਹੋ ਜਾਣਗੇ, ਖੇੜੇ 'ਚ ਆ ਜਾਣਗੇ। ਉਹਨਾਂ ਤੋਂ ਬਲਿਹਾਰ, ਉਹਨਾਂ ਤੋਂ ਕੁਰਬਾਨ, ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੀ ਸੋਭਾ ਨੂੰ ਆਪਣੇ ਸਰਵਣਾਂ ਨਾਲ ਸੁਣਦੇ ਹਨ। ਸੇ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਭਣਿਆ ਰਾਮ। ਉਹ ਸਹਿਜੇ ਹੀ ਸੁਹੇਲੇ ਸੁਖੀ ਹੋ ਜਾਂਦੇ ਨੇ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਉਹ ਸਹਿਜੇ ਹੀ ਸੁਖੀ ਹੋ ਜਾਂਦੇ ਨੇ, ਇਸ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਸੁਖੀ ਹੋ ਜਾਂਦੇ ਨੇ। ਪੁੱਛਿਆ ਜੀ ਮਹਾਰਾਜ ਕੌਣ ਸੁਖੀ ਹੋ ਜਾਂਦੇ ਨੇ? ਪੰਚਮ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਆਪਣੀ ਰਸਨਾ ਨਾਲ ਹਰੀ ਪਰਮੇਸ਼ਰ ਦਾ ਨਾਮ ਜਪਿਆ। ਜਿਨ ਹਰ ਹਰ ਰਸਨਾ ਭਣਿਆ ਰਾਮ, ਉਹ ਸਹਿਜੇ ਹੀ ਸੁਖੀ ਹੋ ਗਏ, ਉਹ ਸੁਭਾਵਕ ਹੀ ਸੁਖੀ ਹੋ ਗਏ। ਮਹਾਰਾਜ ਜੀ ਕਹਿੰਦੇ, ਜਿਹੜੇ ਆਪਣੀ ਰਸਨਾ ਨਾਲ
ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪੜ੍ਹਦੇ ਨੇ, ਯਾਨੀ ਕਿ ਜਪਦੇ ਨੇ, ਉਚਾਰਦੇ ਨੇ। ਉਹ ਸੁਭਾਵਕ ਹੀ ਸੁਖੀ। ਇਸ ਲੋਕ ਵਿੱਚ ਵੀ ਸੁਖੀਏ ਹੋ ਗਏ, ਪਰਲੋਕ ਵਿੱਚ ਵੀ ਸੁਹੇਲੇ ਹੋ ਗਏ। ਸੇ ਸਹਿਜ ਸੁਹੇਲੇ ਗੁਣ ਅਮੋਲੇ ਜਗਤ ਉਦਾਹਰਣ ਆਏ। ਉਹ ਸਹਿਜੇ ਹੀ ਸੁਖੀ ਹੋਏ, ਅਮੋਲਕ ਗੁਣਾਂ ਨੂੰ ਧਾਰਨ ਕਰਨ ਵਾਲੇ ਹੁੰਦੇ ਨੇ। ਔਰ ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਨੇ, ਉਹ ਇਹ ਸੰਸਾਰ ਦੇ ਵਿੱਚ ਆਉਂਦੇ ਹੀ ਇਸ ਕਰਕੇ ਨੇ ਕਿ ਜਗਤ ਦੇ ਜੀਵਾਂ ਦਾ ਉਧਾਰ ਕਰਨਾ। ਜਗਤ ਉਦਾਹਰਣ ਆਏ, 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 ਜਗਤ ਉਦਾਹਰਣ ਆਏ। ਇਹੋ ਜਿਹੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ, ਉਹ ਆਪ ਤਾਂ ਤਰਦੇ ਹੀ ਜਗਤ ਦੇ ਜੀਵਾਂ ਨੂੰ ਉਦਾਹਰਣ ਨਿਮਿਤ ਆਉਂਦੇ ਆ। ਉਹਨਾਂ ਦਾ ਆਉਣਾ ਕੇਵਲ ਜੀਵਾਂ ਦੇ ਉਦਾਹਰਣ ਨਿਮਿਤ ਹੁੰਦਾ ਹੈ। ਹਾਂਜੀ। ਭੈ ਬੋਹਿਤ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘਾਏ। ਕਹਿੰਦੇ ਇਹ ਸੰਸਾਰ ਭੈ ਸਾਗਰ ਹੈ। ਇਹਨੂੰ ਅਨਵੈ ਕਰਕੇ ਅਰਥ ਹੋਵੇਗਾ। ਵੇਖੋ, ਭੈ ਬੋਹਿਤ ਸਾਗਰ ਪ੍ਰਭ ਚਰਣਾ, ਇਹਦਾ ਅਰਥ ਨਹੀਂ। ਇਹਨੂੰ ਅਨਵੈ ਕਰਕੇ ਭੈ ਸਾਗਰ ਬੋਹਿਤ, ਭੈ ਸਾਗਰ ਬੋਹਿਤ ਪ੍ਰਭ ਚਰਣਾ, ਏਦਾਂ ਅਨਵੈ ਹੋਵੇਗਾ। ਉਦਾਂ ਲਿਖਿਆ ਹੈ ਭੈ ਬੋਹਿਤ ਸਾਗਰ ਪ੍ਰਭ ਚਰਣਾ, ਪਰ ਅਰਥ ਹੋਵੇਗਾ ਭੈ ਸਾਗਰ ਬੋਹਿਤ ਪ੍ਰਭ ਚਰਣਾ, ਕਿ ਆ ਸੰਸਾਰ ਸਮੁੰਦਰ ਹੈ, ਡਰ ਦਾ ਸਮੁੰਦਰ ਹੈ। ਸਮੁੰਦਰ ਦੀ ਮੱਝ ਧਾਰ ਵਿੱਚ ਕੋਈ ਫਸਿਆ ਹੋਵੇ ਤਾਂ ਡਰੇਗਾ ਹੀ ਨਾ। ਇਸ ਭੈ ਸਾਗਰ ਸੰਸਾਰ ਤੋਂ ਤਰਨ ਲਈ ਪਰਮੇਸ਼ਰ ਦੇ ਜਿਹੜੇ ਚਰਨ ਨੇ ਉਹ ਜਹਾਜ਼ ਹਨ। ਭੈ ਬੋਹਿਤ ਸਾਗਰ ਪ੍ਰਭ ਚਰਣਾ, ਪਰਮੇਸ਼ਰ ਦੇ ਚਰਨ ਕੀਤੇ ਪਾਰ ਲੰਘਾਏ। ਪਤਾ ਨਹੀਂ ਕਿਤਨੇ ਕੁ ਜੀਵ ਨੇ ਜਿਨ੍ਹਾਂ ਨੂੰ ਆਪਣੇ ਚਰਨਾਂ ਦੇ ਜਹਾਜ਼ ਤੇ ਰੱਖ ਬਿਠਾ ਕੇ ਆਸਰਾ ਦੇ ਕੇ ਮਹਾਰਾਜ ਜੀ ਨੇ ਸੰਸਾਰ ਤੋਂ ਪਾਰ ਲੰਘਾ ਦਿੱਤੇ ਨੇ। ਕਿਤਨੇ ਹੀ ਨੇ। ਉਹਨਾਂ ਦੀ ਗਿਣਤੀ ਮਿਣਤੀ ਨਹੀਂ। ਕਿੰਨਿਆਂ ਕੁ ਨੂੰ ਪਾਰ ਉਤਾਰ ਦਿੱਤਾ ਤੇ ਕਿੰਨਿਆਂ ਨੂੰ ਉਤਾਰ ਰਹੇ ਨੇ ਤੇ ਕਿੰਨਿਆਂ ਨੂੰ ਅੱਗੇ ਉਤਾਰਨਗੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਜਹਾਜ਼ ਹਨ ਔਰ ਇਹ ਸੰਸਾਰ ਸਮੁੰਦਰ ਹੈ। ਗੁਰੂ ਚਰਨਾਂ ਦੇ ਆਸਰੇ ਜਿਹੜੇ ਜੀਵ ਲੱਗ ਗਏ ਉਹ ਇਸ ਭਵ ਸਾਗਰ ਤੋਂ, ਸੰਸਾਰ ਤੋਂ ਤਰ ਗਏ। ਤਿਨ ਕੋ ਕਿਰਪਾ ਕਰੀ ਮੇਰਾ ਠਾਕੁਰ, ਤਿਨ ਕਾ ਲੇਖਾ ਨਾ ਗਣਿਆ। ਜਿਨ੍ਹਾਂ ਤੇ ਮੇਰੇ ਠਾਕੁਰ ਨੇ, ਮੇਰੇ ਪ੍ਰਭੂ ਨੇ, ਵਾਹਿਗੁਰੂ ਨੇ, ਵਿਧਾਤੇ ਨੇ ਕਿਰਪਾ ਕੀਤੀ, ਤਿਨ ਕਾ ਲੇਖਾ ਨਾ ਗਣਿਆ। ਉਹਨਾਂ ਦਾ ਲੇਖਾ ਨਹੀਂ, ਮਹਾਰਾਜ ਜੀ ਨੇ ਗਿਣਤੀ ਮਿਣਤੀ ਨਹੀਂ ਕੀਤੀ। ਭਾਈ ਤੇਰਾ ਲੇਖਾ ਤੂੰ ਆ, ਉਹਨਾਂ ਦਾ ਲੇਖਾ ਹੀ ਨਹੀਂ ਗਿਣਿਆ। ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਕੀਤਾ। ਜਿਨ੍ਹਾਂ ਤੇ ਮੇਰੇ ਮਾਲਕ ਨੇ ਆਪਣੀ ਕਿਰਪਾ ਕੀਤੀ, ਨਹੀਂ ਵੇਖਿਆ ਕੌਡਿਆ ਤੂੰ ਬੜੇ ਬੰਦੇ ਤਲ ਤਲ ਖਾਦੇ ਨੇ, ਪਹਿਲਾਂ ਇਹਦਾ ਹਿਸਾਬ ਕਰੀਏ। ਨਹੀਂ ਆਖਿਆ ਨੂਰ ਸ਼ਾਹ ਜਾਦੂਗਰਨੀ ਨੂੰ ਕਿ ਪਹਿਲਾਂ ਤੇਰੇ ਕਰਮਾਂ ਦਾ ਨਿਰਣਾ ਕਰੀਏ, ਲੇਖਾ ਜੋਖਾ ਕਰੀਏ। ਬਸ ਜਦੋਂ ਕਿਰਪਾ ਕੀਤੀ ਤੇ ਕੋਈ ਲੇਖਾ ਨਹੀਂ ਗਿਣਿਆ। ਨਹੀਂ ਗਿਣਿਆ ਬਾਬਾ ਵਿਧੀ ਚੰਦ ਸਾਹਿਬ ਦਾ ਕੋਈ ਲੇਖਾ ਵੀ ਤੈਂ ਬੜੀਆਂ ਚੋਰੀਆਂ ਕਰਦਾ ਰਿਓ। ਜਦੋਂ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ, ਲੇਖੇ ਤੋਂ ਮੁਕਤ ਕਰ ਦਿੱਤਾ ਹੈ। ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੁਭਾਅ ਹੈ। ਜਿਨ੍ਹਾਂ ਤੇ ਆਪਣੀ ਕਿਰਪਾ ਕਰਦੇ ਨੇ ਉਹਨਾਂ ਦਾ ਲੇਖਾ ਨਹੀਂ ਗਿਣਦੇ। ਕਹੋ ਨਾਨਕ ਤਿਸ ਘੋਲ ਘੁਮਾਈ, ਜਿਨ ਪ੍ਰਭ ਸਰਵਣੀ ਸੁਣਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ, ਮੈਂ ਉਹਨਾਂ ਤੋਂ ਘੋਲ ਘੁਮਾਈ
ਉਹਨਾਂ ਤੋਂ ਵਾਰੇ ਜਾਵਾਂ। ਉਹਨਾਂ ਤੋਂ ਘੋਲ ਘੁਮਾਈ, ਉਹਨਾਂ ਤੋਂ ਵਾਰੇ ਵਾਰੇ ਜਾਈਏ, ਉਹਨਾਂ ਤੋਂ ਕੁਰਬਾਨ ਜਾਈਏ, ਜਿਹੜੇ ਆਪਣੇ ਸ਼ਰਵਣਾ ਨਾਲ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਸੋਭਾ ਸੁਣਦੇ ਹਨ, ਨਿਰੰਕਾਰ ਦੀ ਵਡਿਆਈ ਸੁਣਦੇ ਹਨ। ਉਹਨਾਂ ਤੋਂ ਵਾਰੇ ਜਾਈਏ, ਉਹਨਾਂ ਤੋਂ ਕੁਰਬਾਨ ਜਾਈਏ।